Hello students, welcome to history first semester। ਸਾਡਾ ਕੁਐਸਚਨ ਚੱਲ ਰਿਹਾ ਸੀ ਪ੍ਰਾਚੀਨ ਭਾਰਤੀ ਇਤਿਹਾਸ ਦੇ ਸੋਮਿਆਂ ਦਾ ਵਰਣਨ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਕਈ ਮਹੱਤਵਪੂਰਨ ਗੱਲਾਂ ਦੀ ਚਰਚਾ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਇਸ ਕੁਐਸਚਨ ਦੇ ਚੌਥੇ ਪੁਆਇੰਟ ਪੁਰਾਤਾਤਵਿਕ ਸੋਮਿਆਂ ਨੂੰ ਅੱਗੇ ਜਾਰੀ ਰੱਖਦੇ ਹੋਏ ਸਿੱਕੇ ਅਤੇ ਇਮਾਰਤਾਂ ਦੀ ਚਰਚਾ ਕਰਾਂਗੇ ਅਤੇ ਇਸ ਦੇ ਨਾਲ ਹੀ ਇਸ ਪ੍ਰਸ਼ਨ ਨੂੰ ਪੂਰਾ ਕਰ ਦਿਆਂਗੇ। ਸ਼ੁਰੂ ਕਰਦੇ ਹਾਂ। ਪ੍ਰਾਚੀਨ ਭਾਰਤੀ ਇਤਿਹਾਸ ਦੇ ਇਤਿਹਾਸਿਕ ਸੋਮੇ। ਸਿੱਕੇ। ਪ੍ਰਾਚੀਨ ਭਾਰਤੀ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦੀ ਮਹੱਤਵਪੂਰਨ ਭੂਮਿਕਾ ਹੈ। ਸਿੱਕਿਆਂ ਦੇ ਅਧਿਐਨ ਨੂੰ ਮੁਦਰਾ ਸ਼ਾਸਤਰ ਕਹਿੰਦੇ ਹਨ। ਇੰਪੋਰਟੈਂਟ ਕੁਐਸਚਨ ਹੈ। ਇਹ ਸਿੱਕੇ ਸੋਨੇ, ਚਾਂਦੀ, ਤਾਂਬੇ ਅਤੇ ਮਿਲੀ ਹੋਈ ਧਾਤੂਆਂ ਦੇ ਬਣੇ ਹੁੰਦੇ ਸਨ। ਇਹਨਾਂ ਦੇ ਆਕਾਰ ਵੀ ਵੱਖ-ਵੱਖ ਹੁੰਦੇ ਸਨ। ਵੈਦਿਕ ਕਾਲ ਦੇ ਸਿੱਕਿਆਂ ਨੂੰ ਨਿਸ਼ਕ ਕਹਿੰਦੇ ਸਨ ਅਤੇ ਉੱਤਰ ਵੈਦਿਕ ਕਾਲ ਵਿੱਚ ਨਿਸ਼ਕ, ਸ਼ਤਮਾਨ ਅਤੇ ਕ੍ਰਿਸ਼ਨਲ ਨਾਂ ਦੇ ਸਿੱਕੇ ਪ੍ਰਚਲਿਤ ਸਨ। ਭਾਰਤ ਦੇ ਪ੍ਰਾਚੀਨ ਸਿੱਕਿਆਂ ਨੂੰ ਪੰਚਮਾਰਕ ਕਿਹਾ ਜਾਂਦਾ ਸੀ। ਇਹ ਵੀ ਕੁਐਸਚਨ 2 ਨੰਬਰ ਦਾ ਇੰਪੋਰਟੈਂਟ ਹੈ। ਇਹ ਸਿੱਕੇ ਬੇਢੱਬੇ ਜਿਹੇ ਹੁੰਦੇ ਸਨ। ਯੂਨਾਨੀਆਂ ਦੇ ਭਾਰਤ ਆਉਣ 'ਤੇ ਸਿੱਕਿਆਂ ਦੇ ਖੇਤਰ ਵਿੱਚ ਮਹੱਤਵਪੂਰਨ ਬਦਲਾਅ ਹੋਏ। ਸਾਨੂੰ ਗੁਪਤ ਕਾਲ ਦੇ ਸਭ ਤੋਂ ਜ਼ਿਆਦਾ ਸਿੱਕੇ ਪ੍ਰਾਪਤ ਹੋਏ ਹਨ। ਗੁਪਤ ਸ਼ਾਸਕਾਂ ਨੇ ਹੀ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਾਰੀ ਕੀਤੇ ਸਨ। ਭਾਰਤੀਆਂ ਦੇ ਸ਼ੁਰੂਆਤੀ ਸਿੱਕਿਆਂ 'ਤੇ ਕੇਵਲ ਪ੍ਰਤੀਕ ਹੀ ਬਣਾਏ ਜਾਂਦੇ ਸਨ, ਪਰੰਤੂ ਬਾਅਦ ਵਿੱਚ ਸਿੱਕਿਆਂ 'ਤੇ ਸ਼ਾਸਕਾਂ ਅਤੇ ਦੇਵਤਾਂ ਦੇ ਨਾਂ ਅਤੇ ਮਿਤੀਆਂ ਵੀ ਲਿਖੀਆਂ ਜਾਣ ਲੱਗ ਪਈਆਂ। ਇਹਨਾਂ ਸਿੱਕਿਆਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹਨਾਂ ਵਿੱਚ ਪ੍ਰਾਚੀਨ ਕਾਲ ਦੇ ਭਾਰਤੀ ਇਤਿਹਾਸ ਦੇ ਸੰਬੰਧ ਵਿੱਚ ਪ੍ਰਮਾਣਿਕ ਜਾਣਕਾਰੀ ਮਿਲਦੀ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਸਾਹਿਤਕ ਸੋਮਿਆਂ ਵਿੱਚ ਦਿੱਤੀ ਗਈ ਜਾਣਕਾਰੀਆਂ ਦੀ ਪੁਸ਼ਟੀ ਵੀ ਹੁੰਦੀ ਹੈ। ਸਿੱਕੇ ਭਾਰਤੀ ਇਤਿਹਾਸ ਦੀ ਅਨੇਕ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਮਦਦ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਸਾਹਿਤ ਵਿੱਚ ਕੇਵਲ 3 ਜਾਂ 4 ਯੂਨਾਨੀ ਸ਼ਾਸਕਾਂ ਦਾ ਵਿਵਰਣ ਹੀ ਮਿਲਦਾ ਹੈ, ਜਦਕਿ ਕਿ ਸਿੱਕਿਆਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਲਗਭਗ 30 ਯੂਨਾਨੀ ਸ਼ਾਸਕਾਂ ਨੇ 200 ਸਾਲਾਂ ਤੱਕ ਭਾਰਤ ਵਿੱਚ ਸ਼ਾਸਨ ਕੀਤਾ ਸੀ। ਸਿੱਕੇ ਸਹੀ ਮਿਤੀ ਜਾਣਨ ਵਿੱਚ ਸਾਡੇ ਸਭ ਤੋਂ ਮਹੱਤਵਪੂਰਨ ਇਤਿਹਾਸਿਕ ਸੋਮੇ ਹਨ। ਜਿਨ੍ਹਾਂ ਸਿੱਕਿਆਂ 'ਤੇ ਸ਼ਾਸਕਾਂ ਦੇ ਚਿੱਤਰ ਬਣਾਏ ਗਏ ਹਨ, ਉਹਨਾਂ ਦੇ ਆਧਾਰ 'ਤੇ ਸ਼ਾਸਕਾਂ ਦੇ ਨਾਂ, ਉਹਨਾਂ ਦੀ ਉਪਾਧੀਆਂ ਅਤੇ ਉਹਨਾਂ ਦੇ ਵਿਅਕਤੀਗਤ ਗੁਣਾਂ ਦਾ ਪਤਾ ਚੱਲਦਾ ਹੈ। ਉਦਾਹਰਣ ਦੇ ਲਈ ਸਮੁਦਰਗੁਪਤ ਦੇ ਤੀਰ ਚਲਾਉਣ ਵਾਲੇ ਸਿੱਕਿਆਂ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਇੱਕ ਮਹਾਨ ਯੋਧਾ ਸੀ। ਅਨੇਕ ਸਿੱਕਿਆਂ 'ਤੇ ਉਸ ਨੂੰ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ, ਜੋ ਇਹ ਪ੍ਰਮਾਣਿਤ ਕਰਦਾ ਹੈ ਕਿ ਉਹ ਇੱਕ ਮਹਾਨ ਸੰਗੀਤਕ ਸੀ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਪ੍ਰੀਖਿਆ ਵਿੱਚ ਪੁੱਛਿਆ ਜਾਂਦਾ ਹੈ 2 ਨੰਬਰ ਦਾ। ਸਿੱਕਿਆਂ 'ਤੇ ਸ਼ਿਵ, ਵਿਸ਼ਨੂੰ ਅਤੇ ਹੋਰ ਦੇਵੀ ਦੇਵਤਿਆਂ ਦੇ ਚਿੱਤਰ ਤੋਂ ਸਾਨੂੰ ਭਾਰਤੀ ਸ਼ਾਸਕਾਂ ਦੀ ਧਾਰਮਿਕ ਭਾਵਨਾਵਾਂ ਦੀ ਜਾਣਕਾਰੀ ਵੀ ਮਿਲਦੀ ਹੈ। ਸਿੱਕਿਆਂ ਦੀ ਬਣਾਵਟ ਅਤੇ ਉਹਨਾਂ 'ਤੇ ਲਿਖੇ ਗਏ ਸ਼ਬਦਾਂ ਤੋਂ ਸਾਨੂੰ ਵੱਖ-ਵੱਖ ਕਾਲਾਂ ਦੀ ਕਲਾ, ਭਾਸ਼ਾਵਾਂ ਦੇ ਵਿਕਾਸ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਿੱਕਿਆਂ ਦੀ ਪ੍ਰਾਪਤੀ ਸਥਾਨਾਂ ਤੋਂ ਸਾਨੂੰ ਸੰਬੰਧਿਤ ਰਾਜਾਂ ਦੇ ਰਾਜ ਵਿਸਤਾਰ ਦਾ ਪਤਾ ਚੱਲਦਾ ਹੈ। ਸਿੱਕਿਆਂ ਤੋਂ ਸਾਨੂੰ ਅਨੇਕ ਦੇਸ਼ਾਂ ਦੇ ਨਾਲ ਵਪਾਰਿਕ ਸੰਬੰਧਾਂ ਨੂੰ ਜਾਣਨ ਵਿੱਚ ਮਦਦ ਮਿਲਦੀ ਹੈ। ਉਦਾਹਰਣ ਦੇ ਤੌਰ 'ਤੇ ਪ੍ਰਾਚੀਨ ਕਾਲ ਵਿੱਚ ਭਾਰਤ ਵਿੱਚ ਵੱਡੀ ਸੰਖਿਆ ਵਿੱਚ ਰੋਮਨ ਸਿੱਕੇ ਪ੍ਰਾਪਤ ਹੋਏ ਹਨ, ਜੋ ਭਾਰਤ ਅਤੇ ਰੋਮਨ ਸਾਮਰਾਜ ਦੇ ਮੱਧ ਵਪਾਰਿਕ ਸੰਬੰਧਾਂ ਦਾ ਸੰਕੇਤ ਦਿੰਦੇ ਹਨ। ਸਿੱਕਿਆਂ ਦੀ ਧਾਤੋਂ ਤੋਂ ਸਾਨੂੰ ਕਿਸੇ ਵੀ ਕਾਲ ਦੀ ਆਰਥਿਕ ਦਸ਼ਾ ਦਾ ਬੜੇ ਹੀ ਆਸਾਨੀ ਨਾਲ ਪਤਾ ਚੱਲ ਜਾਂਦਾ ਹੈ। ਯਦि ਸਿੱਕੇ ਨਾ ਹੁੰਦੇ ਤਾਂ ਪ੍ਰਾਚੀਨ ਭਾਰਤੀ ਇਤਿਹਾਸ ਦੇ ਅਨੇਕ ਰਾਜਵੰਸ਼ਾਂ ਦੇ ਇਤਿਹਾਸ 'ਤੇ ਚੰਗੀ ਤਰ੍ਹਾਂ ਰੋਸ਼ਨੀ ਨਹੀਂ ਪਾਈ ਜਾ ਸਕਦੀ ਸੀ। ਸਿੱਕਿਆਂ ਤੋਂ ਇਲਾਵਾ ਅਗਲਾ ਸਾਡਾ ਪੁਆਇੰਟ ਹੈ ਪ੍ਰਾਚੀਨ ਭਵਨ ਅਤੇ ਸਮਾਰਕ। ਪ੍ਰਾਚੀਨ ਭਾਰਤੀ ਇਤਿਹਾਸ ਦੇ ਨਿਰਮਾਣ ਵਿੱਚ ਪ੍ਰਾਚੀਨ ਭਵਨਾਂ ਅਤੇ ਸਮਾਰਕਾਂ ਦਾ ਵਿਸ਼ੇਸ਼ ਮਹੱਤਵ ਹੈ। ਇਹਨਾਂ ਵਿੱਚੋਂ ਅਨੇਕ ਇਤਿਹਾਸਿਕ ਤੱਥ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਇਸ ਨਾਲ ਭਾਰਤੀ ਇਤਿਹਾਸ ਦਾ ਸਵਰੂਪ ਹੀ ਬਦਲ ਗਿਆ ਹੈ। ਮੋਹਨਜੋਦੜੋ ਅਤੇ ਹੜੱਪਾ ਆਦਿ ਦੀ ਖੁਦਾਈ ਤੋਂ ਸਾਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੇ ਸੰਬੰਧ ਵਿੱਚ ਗਿਆਨ ਪ੍ਰਾਪਤ ਹੋਇਆ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਰਿਆ ਤੋਂ ਪਹਿਲਾਂ ਵੀ ਭਾਰਤ ਵਿੱਚ ਇੱਕ ਸ਼ਾਨਦਾਰ ਸੱਭਿਅਤਾ ਵਿਕਸਿਤ ਸੀ। ਇਸੇ ਤਰ੍ਹਾਂ ਪਾਟਲੀਪੁੱਤਰ ਦੇ ਖੰਡਾਰਾਂ ਤੋਂ ਮੌर्य ਵੰਸ਼ ਅਤੇ ਤਕਸ਼ੀਲਾ ਦੇ ਖੰਡਰਾਂ ਤੋਂ ਸਾਨੂੰ ਕੁਸ਼ਾਣ ਵੰਸ਼ ਦੇ ਸੰਬੰਧ ਵਿੱਚ ਗਿਆਨ ਪ੍ਰਾਪਤ ਹੁੰਦਾ ਹੈ। ਦੇਵਗੜ੍ਹ ਅਤੇ ਭੀਤਰੀ ਗਾਂਵ ਦੇ ਮੰਦਿਰਾਂ ਤੋਂ ਗੁਪਤ ਕਾਲ ਦੇ ਸੰਬੰਧ ਵਿੱਚ, ਤੰਜੌਰ ਦੇ ਸ਼ਿਵ ਮੰਦਿਰਾਂ ਤੋਂ ਚੋਲ ਰਾਜ ਦੇ ਸੰਬੰਧ ਵਿੱਚ, ਕਾਂਚੀ ਅਤੇ ਮਹਾਬਲੀਪੁਰਮ ਵਿੱਚ ਮਿਲੇ ਮੰਦਿਰਾਂ ਤੋਂ ਪੱਲਵ ਸ਼ਾਸਕਾਂ ਦੇ ਸੰਬੰਧ ਵਿੱਚ, ਭੁਵਨੇਸ਼ਵਰ ਦੇ ਲਿੰਗ ਰਾਜ, ਖਜੁਰਾਹੋ ਦੇ ਕੰਦਰੀਆ ਮਹਾਦੇਵ ਅਤੇ ਆਬੂ ਪਰਬਤ ਦੇ ਦਿਲਵਾੜਾ ਮੰਦਿਰਾਂ ਤੋਂ ਸਾਨੂੰ ਰਾਜਪੂਤਾਂ ਦੇ ਸੰਬੰਧ ਵਿੱਚ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਾਵਾ ਵਿੱਚ ਮਿਲੇ ਬੋਰੋਬਦੂਰ ਅਤੇ ਕੰਬੋਡੀਆ ਵਿੱਚ ਮਿਲੇ ਅੰਗਕੋਰ ਵਾਟ ਦੇ ਮੰਦਿਰਾਂ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਭਾਰਤੀ ਸੱਭਿਅਤਾ ਦੱਖਣ ਪੂਰਬ ਏਸ਼ੀਆ ਵਿੱਚ ਫੈਲੀ ਹੋਈ ਸੀ। ਇਸ ਤੋਂ ਇਲਾਵਾ ਸਾਨੂੰ ਉਸ ਕਾਲ ਦੀ ਸਥਾਪत्य ਅਤੇ ਮੂਰਤੀ ਕਲਾ ਦੇ ਵਿਕਾਸ ਦਾ ਪਤਾ ਵੀ ਚੱਲਦਾ ਹੈ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮਾਰਕ ਇਤਿਹਾਸ ਨੂੰ ਤੱਥ ਪ੍ਰਦਾਨ ਕਰਦੇ ਹਨ। ਉਹ ਖੁਸ਼ਹਾਲੀ ਦੇ ਪ੍ਰਤੀਕ ਹਨ ਅਤੇ ਲੋਕਾਂ ਅਤੇ ਸ਼ਾਸਕਾਂ ਦੇ ਕਲਾ ਪ੍ਰੇਮ ਦੀ ਜਾਣਕਾਰੀ ਦਿੰਦੇ ਹਨ। ਕੁਝ ਮਾਮਲਿਆਂ ਵਿੱਚ ਜਿੱਥੇ ਉਹਨਾਂ ਨੇ ਇਤਿਹਾਸਿਕ ਦਸਤਾਵੇਜ਼ਾਂ ਦੁਆਰਾ ਅਨੇਕ ਪ੍ਰਕਾਰ ਦੀਆਂ ਭੁੱਲਾਂ ਕੀਤੀਆਂ ਹਨ ਜਾਂ ਇਤਿਹਾਸਿਕ ਦਸਤਾਵੇਜ਼ਾਂ ਦੁਆਰਾ ਉਹਨਾਂ ਨੂੰ ਭੁਲਾ ਦਿੱਤਾ ਗਿਆ ਹੈ, ਕੇਵਲ ਸਮਾਰਕ ਹੀ ਸਾਡੇ ਕੋਲ ਪ੍ਰਮਾਣ ਹਨ। ਇਸ ਤਰ੍ਹਾਂ ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਸਾਡਾ ਇਹ ਕੁਐਸਚਨ ਪੂਰਾ ਹੋਇਆ। ਇਸ ਕੁਐਸਚਨ ਦੇ ਨਾਲ ਸਾਡੀ ਇਹ ਯੂਨਿਟ ਜਿਹੜੀ ਹੈ ਉਹ ਵੀ ਪੂਰੀ ਹੋ ਗਈ ਹੈ। ਇਸ ਯੂਨਿਟ ਦੇ ਵਿੱਚ ਅਸੀਂ ਕੁੱਲ 5 ਪ੍ਰਸ਼ਨ ਕੀਤੇ ਹਨ। ਸਾਰੇ ਪ੍ਰਸ਼ਨਾਂ ਨੂੰ ਡਿਟੇਲ ਵਿੱਚ ਕੀਤਾ ਗਿਆ ਹੈ। ਜਿਨ੍ਹਾਂ ਬੱਚਿਆਂ ਦਾ ਐਡਮਿਸ਼ਨ ਲੇਟ ਹੋਇਆ ਹੈ, ਇਸ ਲਈ ਉਹਨਾਂ ਨੂੰ ਸ਼ੁਰੂਆਤੀ ਵੀਡੀਓ ਜਾਂ ਸ਼ੁਰੂਆਤੀ ਕਲਾਸਾਂ ਦੇ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਆਉਣ ਵਾਲੇ 2-4 ਦਿਨਾਂ ਦੇ ਵਿੱਚ ਮੈਂ ਉਹਨਾਂ ਬੱਚਿਆਂ ਦੇ ਲਈ ਕੋਈ ਵਿਵਸਥਾ ਕਰਾਂਗਾ ਜਿਨ੍ਹਾਂ ਦੇ ਐਡਮਿਸ਼ਨ ਲੇਟ ਹੋਏ ਹਨ, ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਫਿਰ ਵੀ ਜੇਕਰ ਕੋਈ ਸਮੱਸਿਆ ਰਹਿ ਜਾਂਦੀ ਹੈ, ਵੀਡੀਓ ਦੇ ਰਾਹੀਂ ਤੁਹਾਡੀ ਸਮੱਸਿਆ ਸੋਲਵ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆਨਲਾਈਨ ਕਲਾਸ ਲਾ ਲਵਾਂ। ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਸਟੂਡੈਂਟਸ ਨੂੰ ਕਿਸੇ ਵੀ ਤਰ੍ਹਾਂ ਦੀ ਹਿਸਟਰੀ ਦੇ ਵਿੱਚ ਸਮੱਸਿਆ ਨਾ ਆਵੇ। 20 ਤਰੀਕ ਤੋਂ ਬਾਅਦ ਮੈਂ ਕਾਲਜ ਵੀ ਰੈਗੂਲਰ ਆਵਾਂਗਾ। ਜੇਕਰ ਤੁਸੀਂ ਚਾਹੋ ਤਾਂ ਕਾਲਜ ਵਿੱਚ ਆ ਕੇ ਵੀ ਮਿਲ ਸਕਦੇ ਹੋ। ਬਸ ਤੁਸੀਂ ਯਾਦ ਇੰਨਾ ਰੱਖਣਾ ਹੈ ਕਿ ਨੋਟਸ ਬਣਾਉਣੇ ਹੈ ਮਾਡਰਨ ਦੀ ਕਿਤਾਬ ਦੇ ਵਿੱਚੋਂ, ਅਤੇ ਕੇਵਲ ਉਹੀ ਪ੍ਰਸ਼ਨ ਕਰਨੇ ਹਨ ਜਿਹੜੇ ਤੁਹਾਨੂੰ ਸਿਲੇਬਸ ਦੇ ਵਿੱਚ ਦਿੱਤੇ ਗਏ ਹਨ। ਇਸ ਤੋਂ ਅਨਿਅਥਾ ਜਾਂ ਜ਼ਿਆਦਾ ਕੁਐਸਚਨ ਤੁਸੀਂ ਕਿਤਾਬ ਵਿੱਚੋਂ ਨਹੀਂ ਕਰਨੇ। ਪਹਿਲਾਂ ਸਿਲੇਬਸ ਕਵਰ ਕਰਨਾ ਹੈ, ਉਹਦੇ ਬਾਅਦ ਐਕਸਟਰਾ ਗੱਲਾਂ ਬਾਅਦ 'ਚ ਪੜ੍ਹਨੀਆਂ ਹਨ। ਜਿਨ੍ਹਾਂ ਬੱਚਿਆਂ ਦਾ ਐਡਮਿਸ਼ਨ ਲੇਟ ਹੋਇਆ ਹੈ, ਉਹਨਾਂ ਦੇ ਲਈ 1-2 ਦਿਨਾਂ 'ਚ ਕੋਈ ਨਾ ਕੋਈ ਵਿਵਸਥਾ ਮੈਂ ਕਰਦਾ ਹਾਂ। ਅਗਲੀ ਕਲਾਸ ਵਿੱਚ ਨਵੀਂ ਯੂਨਿਟ ਨਾਲ ਫਿਰ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ।